ਪਿਆਰੇ ਵਿਦਿਆਰਥੀਓ, ਤੁਹਾਡਾ ਸਭ ਦਾ ਪੰਜਾਬੀ ਦੀ ਕਲਾਸ ਵਿੱਚ ਸਵਾਗਤ ਹੈ। ਬੇਟੇ, ਅੱਜ ਅਸੀਂ 8ਵੀਂ ਜਮਾਤ ਦੀ ਪਾਠ ਪੁਸਤਕ ਵਿੱਚੋਂ ਪਾਠ 10 ਹਰਿਆਵਲ ਦੇ ਬੀਜ ਕਹਾਣੀ ਦੇ ਸ਼ਬਦ ਅਰਥ, ਪ੍ਰਸ਼ਨ ਉੱਤਰ ਅਤੇ ਵਾਕਾਂ ਵਿੱਚ ਵਰਤੋਂ ਕਰਾਂਗੇ। ਬੇਟੇ, ਸਭ ਤੋਂ ਪਹਿਲਾਂ ਅਸੀਂ ਇਸ ਕਹਾਣੀ ਵਿੱਚ ਆਏ ਕੁਝ ਔਖੇ ਸ਼ਬਦਾਂ ਦੇ ਅਰਥ ਕਰਾਂਗੇ। ਬੇਟੇ, ਪਹਿਲਾ ਸ਼ਬਦ ਹੈ ਤੁਰਸ਼। ਇਸ ਦਾ ਅਰਥ ਹੈ ਗੁਸੈਲ, ਕ੍ਰੋਧੀ। ਦੂਜਾ ਸ਼ਬਦ ਹੈ ਰੇਤਥਲ, ਮਾਰੂਥਲ। ਇਸ ਦਾ ਅਰਥ ਹੈ ਬੇਟੇ ਰੇਗਿਸਤਾਨ, ਰੇਤਲਾ ਇਲਾਕਾ। ਤੀਜਾ ਸ਼ਬਦ ਹੈ ਜਰਖੇਜ਼, ਉਪਜਾਊ। ਚੌਥਾ ਸ਼ਬਦ ਹੈ ਮਾਰੂ, ਮਾਰਨ ਵਾਲਾ, ਘਾਤਕ। ਪੰਜਵਾਂ ਸ਼ਬਦ ਹੈ ਸਾਹਵੇਂ, ਸਾਹਮਣੇ, ਮੂਹਰਲੇ ਪਾਸੇ। ਛੇਵਾਂ ਸ਼ਬਦ ਹੈ ਤੀਬਰ ਗਤੀ, ਤੇਜ਼ ਚਾਲ। ਸੱਤਵਾਂ ਸ਼ਬਦ ਹੈ ਸਰੋਤ। ਸਰੋਤ ਦਾ ਅਰਥ ਹੈ ਬੇਟੇ ਸੋਮਾ। ਅੱਠਵਾਂ ਸ਼ਬਦ ਹੈ ਢਾਰਾ, ਛੰਨ, ਛੱਪਰ। ਨੌਵਾਂ ਸ਼ਬਦ ਹੈ ਬੇਟੇ ਔੜੀ, ਸੁੱਜੀ, ਕੋਈ ਗੱਲ ਦਿਮਾਗ ਨੂੰ ਫੁਰਨੀ। ਇੱਕਦਮ ਬੇਟੇ ਕੋਈ ਗੱਲ ਦਿਮਾਗ ਵਿੱਚ ਆਉਣੀ, ਉਸਨੂੰ ਕਹਿੰਦੇ ਆ ਔੜੀ। 10ਵਾਂ ਸ਼ਬਦ ਹੈ ਵਾਹ ਵਰੋਲਾ, ਮਿੱਟੀ ਆਦਿ ਨਾਲ ਭਰੀ ਗੋਲ ਚੱਕਰ ਵਿੱਚ ਚੱਲਣ ਵਾਲੀ ਤੇਜ਼ ਹਵਾ। 11ਵਾਂ ਸ਼ਬਦ ਹੈ ਤਿੱਖੜ, ਤਿੱਖੀ, ਤੇਜ਼। ਬੇਟੇ, ਹੁਣ ਅਸੀਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ। ਪ੍ਰਸ਼ਨ 1, ਫਕੀਰ ਨੇ ਲੋਕਾਂ ਨੂੰ ਕੀ ਸਿੱਖਿਆ ਦਿੱਤੀ ਅਤੇ ਕਿਉਂ? ਉੱਤਰ, ਫਕੀਰ ਨੇ ਲੋਕਾਂ ਨੂੰ ਪਾਗਲਾਂ ਵਾਂਗ ਰੁੱਖ ਵੱਢੀ ਜਾਣ ਵਿਰੁੱਧ ਖਬਰਦਾਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਉਹ ਉੱਜੜ ਜਾਣਗੇ, ਕਿਉਂਕਿ ਰੁੱਖਾਂ ਦੇ ਖਤਮ ਹੋਣ ਨਾਲ ਧਰਤੀ ਤਪਦੀਆਂ ਲੂਆਂ ਵਾਲੇ ਮਾਰੂਥਲ ਵਿੱਚ ਬਦਲ ਜਾਵੇਗੀ। ਪ੍ਰਸ਼ਨ 2, ਲੋਕਾਂ ਵੱਲੋਂ ਰੁੱਖਾਂ ਦੀ ਅੰਨ੍ਹੇਵਾਹ ਕੀਤੀ ਕਟਾਈ ਦਾ ਕੀ ਨਤੀਜਾ ਨਿਕਲਿਆ? ਉੱਤਰ, ਲੋਕਾਂ ਵੱਲੋਂ ਰੁੱਖਾਂ ਦੀ ਅੰਨ੍ਹੇਵਾਹ ਕੀਤੀ ਕਟਾਈ ਦਾ ਨਤੀਜਾ ਇਹ ਨਿਕਲਿਆ ਕਿ ਹੌਲੀ-ਹੌਲੀ ਜੰਗਲ ਮੁੱਕ ਗਏ। ਫਿਰ ਹੜ੍ਹ ਆਏ। ਹੜ੍ਹਾਂ ਦਾ ਪਾਣੀ ਸੋਖਣ ਲਈ ਉੱਥੇ ਰੁੱਖ ਹੀ ਨਹੀਂ ਸਨ। ਹੜ੍ਹਾਂ ਨੇ ਤਬਾਹੀ ਕੀਤੀ ਤੇ ਪਾਣੀ ਉਪਜਾਊ ਮਿੱਟੀ ਨੂੰ ਰੋੜ ਕੇ ਲੈ ਗਿਆ। ਹਰਿਆ ਭਰਿਆ ਦੇਸ਼ ਮਾਰੂਥਲ ਹੋ ਗਿਆ। ਤੇਜ਼ ਹਵਾਵਾਂ ਨਿੱਤ ਦਿਨ ਵਗਦੀਆਂ ਤੇ ਉਸ ਧਰਤੀ ਉੱਤੇ ਰੇਤ ਵਿਛਾ ਕੇ ਤੁਰ ਜਾਂਦੀਆਂ। ਪ੍ਰਸ਼ਨ 3, ਰੇਤ ਥਲ ਦੇ ਤੂਫਾਨ ਕਾਰਨ ਭੀਖੂ ਤੇ ਉਸ ਦੇ ਪਰਿਵਾਰ ਨਾਲ ਕੀ ਵਾਪਰਿਆ? ਉੱਤਰ, ਰੇਤ ਥਲ ਦਾ ਤੂਫਾਨ ਬਹੁਤ ਮਾਰੂ ਸੀ। ਝੱਖੜ ਦਾ ਵੇਗ ਲੋਕਾਂ ਨੂੰ ਅਣਕਿਆਸੇ ਥਾਵਾਂ ਵੱਲ ਉਡਾ ਕੇ ਲੈ ਗਿਆ। ਭੀਖੂ ਨੇ ਆਪਣੀ ਪਤਨੀ ਅਤੇ ਪੁੱਤਰ ਨੂੰ ਘੁੱਟ ਕੇ ਫੜਿਆ ਹੋਇਆ ਸੀ, ਪਰ ਝੱਖੜ ਸਾਹਵੇਂ ਉਹਨਾਂ ਦੇ ਪੈਰ ਨਹੀਂ ਸਨ ਟਿਕੇ। ਉਹ ਉਖੜੀਆਂ ਹੋਈਆਂ ਝਾੜੀਆਂ ਵਾਂਗੂ ਅੱਗੇ ਹੀ ਅੱਗੇ ਰਿੜ੍ਹਦੇ ਗਏ। ਅਚਾਨਕ ਉਹਨਾਂ ਨੂੰ ਜਾਪਿਆ ਕਿਸੇ ਨੇ ਬਾਹਾਂ ਫੈਲਾ ਦਿੱਤੀਆਂ ਹਨ। ਉਹ ਉਹਨਾਂ ਬਾਹਾਂ ਦੇ ਘੇਰੇ ਵਿੱਚ ਅਟਕ ਗਏ। ਉਸ ਵੇਲੇ ਉਹ ਪੂਰੀ ਹੋਸ਼ ਵਿੱਚ ਨਹੀਂ ਸਨ। ਜਦੋਂ ਉਹਨਾਂ ਨੂੰ ਹੋਸ਼ ਆਇਆ, ਝੱਖੜ ਥੰਮ ਚੁੱਕਿਆ ਸੀ, ਜਿਸ ਨੇ ਝੱਖੜ ਦੀ ਤੀਬਰ ਗਤੀ ਕੋਲੋਂ
ਉਹਨਾਂ ਦੀ ਜਾਨ ਬਚਾਈ। ਉਹ ਇੱਕ ਰੁੱਖ ਸੀ। ਪ੍ਰਸ਼ਨ 4। ਬਿਪਤਾ ਦੇ ਸਮੇਂ ਭੀਖੂ ਤੇ ਉਸ ਦੇ ਪਰਿਵਾਰ ਲਈ ਰੁੱਖ ਕਿਵੇਂ ਸਹਾਈ ਹੋਇਆ? ਉੱਤਰ: ਬਿਪਤਾ ਦੇ ਸਮੇਂ ਭੀਖੂ ਦਾ ਪਰਿਵਾਰ ਝੱਖੜ ਵਿੱਚ ਰਿੜ੍ਹਦਾ ਜਾ ਰਿਹਾ ਸੀ। ਫਿਰ ਉਹ ਇੱਕ ਰੁੱਖ ਦੀਆਂ ਟਾਹਣੀਆਂ ਵਿੱਚ ਫਸ ਗਏ ਤੇ ਬਚ ਗਏ। ਭੀਖੂ ਨੂੰ ਰੁੱਖ ਦੇ ਨੇੜੇ ਪਾਣੀ ਹੋਣ ਦੀ ਗੱਲ ਸੁੱਝੀ ਤੇ ਉਹਨਾਂ ਨੇ ਇੱਕ ਥਾਂ ਤੋਂ ਮਿੱਟੀ ਪੁੱਟ ਕੇ ਪਾਣੀ ਪ੍ਰਾਪਤ ਕਰ ਲਿਆ। ਉਹਨਾਂ ਨੇ ਰੁੱਖ ਨਾਲੋਂ ਫਲ ਤੋੜੇ ਤੇ ਢਿੱਡ ਭਰ ਲਿਆ। ਭੀਖੂ ਨੇ ਟਹਿਣੀਆਂ ਕੱਟ ਕੇ ਢਾਰਾ ਬਣਾ ਲਿਆ। ਭੀਖੂ ਦੇ ਪੁੱਤਰ ਨੂੰ ਖੇਡਣ ਲਈ ਇੱਕ ਦੋਸਤ ਮਿਲ ਗਿਆ। ਉਹ ਕਦੇ ਰੁੱਖ ਉੱਤੇ ਚੜ੍ਹ ਜਾਂਦਾ ਤੇ ਕਦੇ ਉਸ ਦੀਆਂ ਲਮਕਦੀਆਂ ਹੋਈਆਂ ਟਹਿਣੀਆਂ ਨਾਲ ਝੂਲਦਾ। ਇਸ ਤਰ੍ਹਾਂ ਰੁੱਖ ਨੇ ਭੀਖੂ ਅਤੇ ਉਸ ਦੇ ਪਰਿਵਾਰ ਦੀ ਬਹੁਤ ਸਹਾਇਤਾ ਕੀਤੀ। ਪ੍ਰਸ਼ਨ 5। ਫਕੀਰ ਨੇ ਭੀਖੂ ਨੂੰ ਨਵੇਂ ਰੁੱਖ ਲਗਾਉਣ ਲਈ ਕਿਵੇਂ ਪ੍ਰੇਰਿਆ? ਉੱਤਰ: ਜਦੋਂ ਭੀਖੂ ਨੇ ਫਕੀਰ ਨੂੰ ਰੁੰਡ-ਮੁੰਡ ਜਿਹਾ ਰੁੱਖ ਦਿਖਾਇਆ ਤਾਂ ਫਕੀਰ ਦੁਖੀ ਤੇ ਉਦਾਸ ਹੋ ਗਿਆ ਤੇ ਫਿਰ ਬੋਲਿਆ, ਹਮੇਸ਼ਾ ਰੁੱਖ ਕੱਟੇ ਹੀ ਨੇ, ਕਦੇ ਰੁੱਖ ਲਾਏ ਵੀ ਨੇ? ਕੀ ਇਸ ਦੁਨੀਆ ਵਿੱਚੋਂ ਹਰਿਆਵਲ ਦੇ ਬੀਜ ਮੁੱਕ ਗਏ? ਉਸ ਨੇ ਇਹ ਵੀ ਕਿਹਾ ਕਿ ਉਹ ਇਸ ਘਰ ਉੱਤੇ ਉਜਾੜੇ ਦਾ ਪਰਛਾਵਾਂ ਵੇਖ ਰਿਹਾ ਹੈ। ਜਦੋਂ ਰੁੱਖ ਨਾ ਹੋਣ ਤਾਂ ਇਸ ਤਰ੍ਹਾਂ ਹੀ ਹੁੰਦਾ ਹੈ। ਇਹ ਸੁਣ ਕੇ ਭੀਖੂ ਦਾ ਪਰਿਵਾਰ ਬੇਚੈਨ ਹੋ ਗਿਆ। ਹੁਣ ਫਕੀਰ ਨੇ ਉਹਨਾਂ ਦੇ ਮਨ ਵਿੱਚ ਹਰਿਆਵਲ ਦੇ ਬੀਜ ਖਿਲਾਰ ਦਿੱਤੇ ਸਨ। ਫਿਰ ਜਦੋਂ ਆਲਮ ਨੇ ਭੀਖੂ ਨੂੰ ਪੁੱਛਿਆ ਕਿ ਉਹ ਰੁੱਖ ਵੱਢਣ ਵਾਲਾ ਕਿਉਂ ਬਣਿਆ ਹੈ, ਰੁੱਖ ਉਗਾਉਣ ਵਾਲਾ ਕਿਉਂ ਨਹੀਂ? ਇਹ ਸੁਣ ਕੇ ਭੀਖੂ ਸ਼ਰਮਸਾਰ ਹੋ ਗਿਆ। ਇਸ ਤਰ੍ਹਾਂ ਭੀਖੂ ਰੁੱਖ ਲਗਾਉਣ ਲਈ ਪ੍ਰੇਰਿਆ ਗਿਆ। ਪ੍ਰਸ਼ਨ 6। ਆਲਮ ਨੂੰ ਆਪਣੇ ਬਾਪੂ ਭੀਖੂ ਅਤੇ ਫਕੀਰ ਵਿਚਕਾਰ ਹੋਈ ਗੱਲਬਾਤ ਤੋਂ ਕੀ ਪ੍ਰੇਰਨਾ ਮਿਲੀ? ਉੱਤਰ: ਆਲਮ ਨੂੰ ਆਪਣੇ ਬਾਪੂ ਭੀਖੂ ਅਤੇ ਫਕੀਰ ਵਿਚਕਾਰ ਹੋਈ ਗੱਲਬਾਤ ਤੋਂ ਹਰਿਆਵਲ ਦੇ ਬੀਜ ਬੀਜਣ ਭਾਵ ਥਾਂ-ਥਾਂ ਰੁੱਖ ਲਗਾਉਣ ਦੀ ਪ੍ਰੇਰਨਾ ਮਿਲੀ। ਬੇਟੇ, ਹੁਣ ਅਸੀਂ ਵਾਕਾਂ ਵਿੱਚ ਵਰਤੋਂ ਕਰਾਂਗੇ। ਪਹਿਲਾ ਸ਼ਬਦ ਹੈ ਵਰਾਛਾਂ ਖਿੜ ਜਾਣੀਆਂ। ਬੇਟੇ, ਇਸ ਦਾ ਅਰਥ ਹੈ ਬਹੁਤ ਖੁਸ਼ ਹੋ ਜਾਣਾ। ਵਾਕ: ਪਾਣੀ ਨੂੰ ਦੇਖ ਕੇ ਭੀਖੂ ਦੇ ਪਰਿਵਾਰ ਦੀਆਂ ਵਰਾਛਾਂ ਖਿੜ ਗਈਆਂ। ਦੂਜਾ ਸ਼ਬਦ ਹੈ ਬੇਟੇ ਆਸਰਾ। ਅਰਥ: ਸਹਾਰਾ। ਵਾਕ: ਰੁੱਖਾਂ ਉੱਤੇ ਬਹੁਤ ਸਾਰੇ ਪੰਛੀਆਂ ਨੂੰ ਆਸਰਾ ਮਿਲਦਾ ਹੈ। ਤੀਜਾ ਸ਼ਬਦ ਹੈ ਬੇਟੇ ਤੜਕਸਾਰ। ਅਰਥ: ਸਵੇਰੇ ਮੂੰਹ ਹਨੇਰੇ। ਵਾਕ: ਮੈਂ ਹਰ ਰੋਜ਼ ਸਵੇਰੇ ਤੜਕਸਾਰ ਉੱਠ ਕੇ ਵਾਹਿਗੁਰੂ ਦਾ ਨਾਮ ਜਪਦਾ ਹਾਂ। ਚੌਥਾ ਸ਼ਬਦ ਹੈ ਟੱਬਰ ਟੀਹਰ। ਅਰਥ: ਪਰਿਵਾਰ ਦੇ ਸਾਰੇ ਛੋਟੇ ਵੱਡੇ ਜੀਅ। ਵਾਕ: ਰਾਮ ਦਾ ਹੁਣ ਆਪਣਾ ਟੱਬਰ ਟੀਹਰ ਹੈ। ਪੰਜਵਾਂ ਸ਼ਬਦ ਹੈ ਲੂ ਵਗਣਾ। ਅਰਥ: ਗਰਮ ਹਵਾ ਦਾ ਚੱਲਣਾ। ਬੇਟੇ,
ਜਦੋਂ ਗਰਮੀ ਪੈਂਦੀ ਹੈ, ਗਰਮੀ ਦੇ ਮਹੀਨੇ ਵਿੱਚ ਗਰਮ ਹਵਾ ਚੱਲਦੀ ਹੈ, ਉਸਨੂੰ ਲੂ ਵਗਣਾ ਕਹਿੰਦੇ ਆ। ਵਾਕ ਜੇਠ ਹਾੜ ਦੇ ਮਹੀਨਿਆਂ ਵਿੱਚ ਪੰਜਾਬ ਵਿੱਚ ਗਰਮ ਲੂ ਵਗਦੀ ਹੈ। 6ਵਾਂ ਸ਼ਬਦ ਹੈ ਰੋਣ ਹਾਕਾ, ਅਰਥ ਰੋਣ ਵਾਲਾ। ਵਾਕ ਆਲਮ ਫਕੀਰ ਦੀਆਂ ਗੱਲਾਂ ਸੁਣ ਕੇ ਰੋਣ ਹਾਕਾ ਹੋ ਗਿਆ। 7ਵਾਂ ਸ਼ਬਦ ਹੈ ਬੇਟੇ ਹਰਿਆਵਲ, ਹਰਾਪਣ, ਹਰਿਆਲੀ। ਵਾਕ ਸਾਨੂੰ ਹਰਿਆਵਲ ਦੇ ਬੀਜ ਬੀਜਣੇ ਚਾਹੀਦੇ ਹਨ।